से ज्यादा। आग लगा दो कराची में, फूंक डालो पूरे शहर। इंडिया पाकिस्तान के बीच सीज फायर हो गया है, लेकिन इस सारे मामले में एक जो बड़ा जिसे कहते हैं सुतून होता है मीडिया, उसका क्या रोल रहा है इस साइड पर उस साइड पर, इस हवाले से बात करने के लिए हमने दावत दी है शिविंदर सिंह को, जो सुही सवेर के साथ वाबस्ता हैं, सीनियर जर्नलिस्ट हैं और न्यूज़ लॉन्ड्री और दूसरे बड़े प्लेटफॉर्म्स के कंट्रीब्यूटर हैं। बहुत धन्यवाद सानू ज्वाइन करने वास्ते शिव। ਮਿਹਰਬਾਨੀ ਅਫਸ਼ਾਂ, ਇਸ ਮੌਸਮ ਦੇ ਵਿੱਚ ਜਿੱਥੇ ਕਿ ਕਿਹਾ ਜਾ ਰਿਹਾ ਕਿ ਫਲਾਣੇ ਗਵਾਂਢੀ ਨੂੰ ਸਬਕ ਸਿਖਾ ਦਿਓ, ਇਹਦੀ ਧੌੜੀ ਲਾ ਦਿਓ, ਐਂ ਕਰ ਦਿਓ, ਉੱਥੇ ਅਸੀਂ ਪਿਆਰ ਦੇ ਨਾਲ ਗੱਲਾਂ ਕਰ ਰਹੇ ਹਾਂ। ਤੇ ਮੈਨੂੰ ਕੁਝ ਜਰਨਲਿਸਟ ਨੇ ਕਿਹਾ ਵੀ ਸੀਗਾ ਕਿ ਹਾਲੇ ਥੋੜਾ ਇਹਤਿਆਤ ਵਰਤ, ਵੀ ਨਾ ਕਰੀ। ਮੈਂ ਕਿਹਾ ਨਹੀਂ, ਵੱਡੀ ਪ੍ਰੀਖਿਆ ਜਿਹੜੀ ਹੈਗੀ ਆ, ਅਗਨੀ ਪ੍ਰੀਖਿਆ ਉਹੀ ਹੁੰਦੀ ਹੈ ਜਦੋਂ ਸਾਰਾ ਮੌਸਮ ਖਰਾਬ ਹੋਵੇ। ਉਸ ਮੌਸਮ ਦੇ ਵਿੱਚ ਅੱਗੇ ਜਾ ਕੇ ਤੁਸੀਂ ਮੁਹੱਬਤ ਦੀ ਆਵਾਜ਼ ਬੁਲੰਦ ਕਰੋ। ਤਾਂ ਇਹੀ ਮੁਹੱਬਤ ਦਾ ਸੁਨੇਹਾ ਲੈ ਕੇ ਮੈਂ ਜਿਹੜਾ ਤੁਹਾਡੇ ਨਾਲ ਗੱਲ ਕਰ ਰਿਹਾ ਜੀ। ਅੱਛਾ, ਜੋ ਕੁਛ ਪਿਛਲੇ 2-3 ਹਫ਼ਤਿਆਂ ਦੇ ਵਿੱਚ ਹੋਇਆ ਹੈ ਸ਼ਿਵ, ਇਹਦੇ ਵਿੱਚ ਜਿਹੜੀ ਕਿਹਾ ਜਾਂਦਾ ਹੈ ਨਾ ਕਿ ਜੰਗ ਦੇ ਵਿੱਚ ਪਹਿਲੀ ਕੈਜੂਅਲਿਟੀ ਔਰ ਇਸ ਮਾਮਲੇ ਵਿੱਚ ਵੱਡੀ ਕੈਜੂਅਲਿਟੀ ਜਿਹੜੀ ਹੈ ਉਹ ਸੱਚ ਦੀ ਹੋ ਗਈ ਹੈ ਕਿਤੇ ਨਾ ਕਿਤੇ। ਖਾਸ ਤੌਰ ਤੇ ਜਿਹੜੀ ਵਾਰ ਮੌਂਗਰਿੰਗ ਹੋਈ ਹੈ, ਇੱਕ ਤਾਸੁਰ ਪੈਦਾ ਹੋ ਗਿਆ ਹੈ ਕਿ ਜਿਵੇਂ ਭਾਰਤ ਦਾ ਵੱਲ, ਹਿੰਦੁਸਤਾਨ ਵੱਲ 1.25 ਅਰਬ ਆਵਾਮ ਹੈ, ਇੰਨੀ ਵੱਡੀ ਪਾਪੂਲੇਸ਼ਨ ਹੈ, ਡਾਇਵਰਸਿਟੀ ਹੈ, ਪਲੂਰਲਿਜ਼ਮ ਦੀ ਗੱਲ ਹੁੰਦੀ ਹੈ ਕਿ ਸਾਰੇ ਹੀ ਜੰਗ ਚਾਹੁੰਦੇ ਨੇ, ਸਾਰੇ ਇਹ ਚਾਹੁੰਦੇ ਨੇ ਕਿ ਬੰਬ ਮਾਰ ਦਿਓ ਪਾਕਿਸਤਾਨ ਉੱਤੇ, ਉੱਡ ਜਾਣੇ ਸਾਰੇ, ਔਰ ਇਹ ਸਭ ਕੁਛ ਅਕਲ ਮੰਨਦੀ ਨਹੀਂ ਹੈ। ਜ਼ਰਾ ਇਸ ਬਾਰੇ ਸਾਨੂੰ ਦੱਸੋ ਕਿ ਕਿਆ ਉਧਰਲੇ ਸਾਰੇ ਹੀ ਆਵਾਮ ਚਾਹੁੰਦੇ ਨੇ, ਕੀ ਮਾਮਲਾ ਬਣੇ? ਤੁਹਾਡੇ ਵੱਲੋਂ ਜਿਹੜਾ ਮੀਡੀਆ ਅਸੀਂ ਦੇਖਿਆ, ਵੱਡੇ ਚੈਨਲ ਜਿਹੜੇ ਕਿ ਥੋੜੀ ਕਿ ਆਖਿਆ ਜਾਂਦਾ ਸੀ ਕਿ ਥੋੜੀ ਸੇਨ ਵੌਇਸ ਰੱਖਦੇ ਨੇ, ਉਹ ਵੀ ਇਨਸੈਨਿਟੀ ਵੱਲ ਤੁਰ ਪਏ। ਮੇਰੇ ਖਿਆਲ 2 ਸਵਾਲ ਆਪਸ਼ਨ ਤੁਹਾਡੇ ਆ ਚੁੱਕੇ ਨੇ। ਇੱਕ ਤਾਂ ਵੀ ਕੀ ਹਿੰਦੁਸਤਾਨ ਦੇ ਤਮਾਮ ਲੋਕ ਪਾਕਿਸਤਾਨ ਨਾਲ ਜੰਗ ਚਾਹੁੰਦੇ ਨੇ? ਦੇਖੋ, ਆਮ ਤੌਰ ਤੇ ਹੁੰਦਾ ਕੀ ਹੈ ਕਿ ਜਦੋਂ ਜਿਹੜਾ ਜੰਗ ਦਾ ਬਿਆਨੀਆ ਹੁੰਦਾ ਨਾ, ਉਹ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਨੇ, ਉਹ ਲੋਕਾਂ ਦੇ ਮੂੰਹ 'ਚ ਪਾਇਆ ਜਾਂਦਾ ਹੁੰਦਾ ਹੈਗਾ। ਕਿਉਂਕਿ ਉਹਦਾ ਕਾਰਨ ਕੀ ਹੁੰਦਾ ਕਿ ਸਰਕਾਰਾਂ ਆਪਣੇ ਮੰਤਵਾਂ ਦੇ ਲਈ ਜੰਗ ਚਾਹੁੰਦੀਆਂ ਹੁੰਦੀਆਂ, ਉਹਨਾਂ ਵਿੱਚ ਉਹਨਾਂ ਦੀ ਇਹ ਆਪਣੇ ਵਫਾਦ ਛੁਪੇ ਹੁੰਦੇ ਨੇ। ਤੇ ਅਸੀਂ ਦੇਖਿਆ ਵੀ ਹੈ ਕਿ ਜਦੋਂ ਇਹ ਮੌਸਮ ਜਿਹਾ ਆਇਆ ਜੰਗ ਦਾ, ਤੇ ਸਾਡੇ ਵਾਲੀ ਜਿਹੜੀ ਹਕੂਮਤ ਹੈ ਉਹਨੇ ਆਪਣੇ ਨੈਰੇਟਿਵ ਸੈੱਟ ਕਰ ਲਏ ਨੇ। ਉਹ ਕੀ ਕਰ ਲਏ ਨੇ, ਜਿਹੜਾ ਬਹੁਤ ਸਾਡੇ ਮੁਲਕ ਦੇ ਵਿੱਚ ਇੱਕ ਦੁਖਦਾਈ ਘਟਨਾ ਹੋਈ ਸੀ, ਪਹਿਲਗਾਮ ਅੱਤਵਾਦੀਆਂ ਨੇ ਹਮਲਾ ਕੀਤਾ, ਧਰਮ ਪੁੱਛ ਕੇ ਕੀਤਾ, ਹਾਲਾਂਕਿ ਉਹਨਾਂ ਦਾ ਜਿੱਥੇ ਤੱਕ ਪਤਾ ਨਹੀਂ ਲੱਗਿਆ ਉਹ ਕੌਣ ਹੈਗੇ ਨੇ। ਉਦੋਂ ਬਾਅਦ ਵਿੱਚ ਸਾਡੀ ਸੱਤਾਧਾਰੀ ਧਿਰ ਨੇ ਆਪਣਾ ਏਜੰਡਾ ਸ਼ੁਰੂ ਕਰ ਦਿੱਤਾ ਹਿੰਦੂ ਮੁਸਲਮਾਨ ਦਾ। ਫਿਰ ਉਹਨਾਂ ਨੇ ਆਪਣਾ ਕਮਿਊਨਲ ਏਜੰਡਾ ਸ਼ੁਰੂ ਕਰ ਦਿੱਤਾ। ਤੁਹਾਡੇ ਮੁਲਕ ਦੇ ਵਿੱਚ ਜਿਹੜਾ ਫੌਜ ਦੇ ਮਗਰ ਪਏ ਹੋਏ ਸੀ, ਉਹ ਫੌਜ ਜ਼ਿੰਦਾਬਾਦ ਹੋਣ ਲੱਗ ਗਈ। ਸੋ ਇਹਦਾ ਮਤਲਬ ਹੋਇਆ ਕੀ ਹੈ ਕਿ ਏਜੰਡਾ ਜਿਹੜਾ ਸਰਕਾਰਾਂ ਦਾ ਸੈੱਟ ਹੋਇਆ, ਇਹ ਲੋਕਾਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈਗਾ ਕਿ ਉਹਨਾਂ ਨੂੰ ਜੰਗ ਚਾਹੀਦੀ ਹੈ। ਫਿਰ ਟੀਵੀ ਜਿਹੜਾ ਹੈਗਾ, ਮੀਡੀਆ ਜਿਹਦੀ ਤੁਸੀਂ ਗੱਲ ਕਰਦੇ ਹੋ, ਉਹ ਫਿਰ ਸਰਕਾਰਾਂ ਦੀ ਖਿਦਮਤ 'ਚ ਹੁੰਦਾ। ਉਹ ਲੋਕਾਂ ਦਾ ਲਹੂ ਉਬਾਲਦਾ ਵੀ ਚੱਕ ਦੇ ਫੱਟੇ। ਉਹ ਫਿਰ ਆਪਣੇ ਬੈਡਰੂਮਾਂ ਦੇ ਵਿੱਚ ਬਹਿ ਕੇ ਡੌਲੇ ਦਿਖਾਉਣ ਲੱਗਦੇ ਨੇ ਵੀ ਲਾਓ ਜੀ ਅਸੀਂ ਤਾਂ ਹੁਣ ਫੱਟੇ ਚੱਕ ਦੇਣੇ ਆ। ਇਹ ਦੋਵੇਂ ਪਾਸੇ ਹੀ ਹੋ ਰਿਹਾ ਹੁੰਦਾ ਉਸ ਸਮੇਂ। ਲੇਕਿਨ ਉਹ ਆਮ ਆਵਾਮ ਨਹੀਂ ਚਾਹੁੰਦੀ ਹੁੰਦੀ। ਦੇਖੋ, ਇਹਦੀ ਇੱਕ ਉਦਾਹਰਨ ਹੈਗੀ ਆ, ਸਿੰਪਲ ਜੀ ਉਦਾਹਰਨ ਹੈ ਕਿ ਹਿੰਦੁਸਤਾਨ ਬਹੁਤ ਵੱਡਾ, ਕਰੀਬ 1.5 ਅਰਬ ਦੇ ਕਰੀਬ ਤਾਂ ਹੁਣ ਆਬਾਦੀ ਹੋ ਚੁੱਕੀ ਹੈ। ਸਾਊਥ ਜਿਹੜਾ ਇੰਡੀਆ, ਉਹਨੂੰ ਹਾਲੇ ਕੁਛ ਨਹੀਂ ਪਤਾ ਸਾਡੇ ਇੱਥੇ ਕੀ ਹੋ ਰਿਹਾ, ਨਾ ਹੀ ਉਸ ਤਰ੍ਹਾਂ ਲੈਣਾ ਦੇਣਾ। ਹਾਲਾਂਕਿ ਅੱਜ ਕੱਲ੍ਹ ਟੈਕਨੋਲੋਜੀ ਦੇ ਸਮੇਂ 'ਚ ਲੈਣਾ ਦੇਣਾ ਹੋ ਜਾਂਦਾ, ਕਿਉਂਕਿ ਜੇ ਕੋਈ ਮਿਜ਼ਾਈਲ ਵੱਡੀ ਸਾਰੀ ਤੁਹਾਡੇ ਵਾਲੇ ਪਾਸਿਓਂ ਸਾਡੇ ਵਾਲੇ ਪਾਸੇ ਆਏਗੀ, ਉਹ ਸਾਊਥ ਤੱਕ ਵੀ ਜਾ ਸਕਦੀ ਆ। ਲੇਕਿਨ ਜਿਹੜਾ ਬਾਰਡਰ ਏਰੀਆ, ਉਹਦਾ ਇੱਕ ਲੈਣਾ ਦੇਣਾ ਜ਼ਿਆਦਾ ਹੁੰਦਾ ਹੈਗਾ। ਅੱਛਾ, ਫਿਰ ਦੂਜਾ ਆ ਜਾਂਦਾ ਹੈਗਾ, ਉਹਦੇ ਵਿੱਚ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀ ਸੋਚ ਹੈ ਜਿਹੜੀ ਬੀਜੇਪੀ ਸੱਤਾਧਾਰੀ ਧਿਰ ਦੇ ਉਲਟ ਵੀ ਜਾਂਦੀ ਆ। ਲੇਕਿਨ ਜਦੋਂ ਮੁਲਕ ਦੇ ਵਿੱਚ ਵਿਪਤਾ ਆਉਂਦੀ ਹੈ ਨਾ, ਸਾਰੇ ਇੱਕ ਹੋ ਜਾਂਦੇ ਆ। ਪਰ ਜਿਹੜੀ ਲੋਕਾਂ ਦੀ ਮਾਨਸਿਕਤਾ ਹੁੰਦੀ ਆ, ਮਾਈਂਟੈਲਿਟੀ ਹੁੰਦੀ ਹੈ, ਉਹ ਅਸਲ ਵਿੱਚ ਸਾਰੀ ਨੂੰ ਤੁਸੀਂ ਇੰਡੀਆ ਦੀ ਮਾਈਂਟੈਲਿਟੀ ਨਹੀਂ ਕਹਿ ਸਕਦੇ। ਅੱਛਾ, ਸਿੰਪਲ ਜੀ ਗੱਲ ਹੈ ਇੱਕ, ਦੇਖੋ ਬਾਰਡਰ ਏਰੀਆ ਕਿਹੜੇ ਕਿਹੜੇ ਨੇ? ਪੰਜਾਬ ਬਾਰਡਰ ਏਰੀਆ, ਪੰਜਾਬ 'ਤੇ ਜੰਗ ਦਾ ਬਹੁਤ ਵੱਡਾ ਵਿਰੋਧ ਹੋਇਆ। ਪਰ ਮੈਨੂੰ ਲੱਗਦਾ ਤੁਹਾਡੇ ਪੰਜਾਬ 'ਚੋਂ ਓਡੀ ਵੱਡੀ ਆਵਾਜ਼ ਨਹੀਂ ਆਈ ਜਿਹੜੀ ਸਾਡੇ ਪੰਜਾਬ 'ਚੋਂ ਆਈ ਆ। ਸਾਡੇ ਪੰਜਾਬ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ, ਜਦੋਂ ਆਹ 7 ਤਰੀਕ ਤੋਂ ਲੈ ਕੇ 7-8 ਦੀ ਰਾਤ ਨੂੰ ਲੈ ਕੇ ਹੁਣ ਤੱਕ, ਪਰਸੋਂ ਤੱਕ ਮਾਹੌਲ ਸੀਗਾ, ਉਹਦੇ ਵਿੱਚ ਕੀ ਹੋਇਆ ਕਿ ਕਿਸਾਨ ਯੂਨੀਅਨਾਂ ਵੱਲੋਂ, ਮਜ਼ਦੂਰ ਯੂਨੀਅਨਾਂ ਵੱਲੋਂ, ਮੁਲਾਜ਼ਮ ਯੂਨੀਅਨਾਂ ਵੱਲੋਂ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਅੱਛਾ, ਬਹੁਤ ਸਾਰੇ ਪੀਸ ਐਕਟਿਵਿਸਟ ਨੇ, ਪੀਸ ਐਕਟਿਵਿਸਟ ਥੋੜਾ ਗਲਤ ਸ਼ਬਦ ਹੋ ਜਾਂਦਾ ਉਹਦੇ ਵਿੱਚ ਜਾ ਕੇ ਮੈਂ ਅੱਗੇ ਗੱਲ ਕਰਾਂਗਾ, ਕਿਉਂਕਿ ਉਹਨਾਂ ਵਿੱਚ ਤਾਂ ਬਹੁਤ ਸਾਰੀਆਂ ਦਿੱਕਤਾਂ ਆਈਆਂ ਮੈਨੂੰ ਲੱਗੀਆਂ।
ਆਮ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਸਾਨੂੰ ਜੰਗ ਨਹੀਂ ਚਾਹੀਦੀ। ਅੱਛਾ, ਕਸ਼ਮੀਰ ਦੇ ਵਿੱਚ ਕਸ਼ਮੀਰ ਵੀ ਨੇ ਵੀ ਕਿੰਨਾ ਚਿਰ ਭੋਗਿਆ ਹੈਗਾ, ਕਸ਼ਮੀਰ ਨੂੰ ਵੀ ਜੰਗ ਨਹੀਂ ਚਾਹੀਦੀ। ਅੱਛਾ, ਇੰਡੀਆ ਦੇ ਦੂਜੇ ਇਲਾਕਿਆਂ ਵਿੱਚੋਂ ਵੀ ਇਹੋ ਜਿਹੀਆਂ ਹਾਲੇ ਆਵਾਜ਼ਾਂ ਆਉਂਦੀਆਂ ਰਹੀਆਂ ਨੇ, ਚਾਹੇ ਉਹ ਡਰ ਕੇ ਆਉਂਦੀਆਂ ਰਹੀਆਂ। ਉਹਦਾ ਕਾਰਨ ਪਤਾ ਕੀ ਹੈ? ਕਿਉਂਕਿ ਹਿੰਦੁਸਤਾਨ 8-10 ਸਾਲਾਂ 'ਚ ਇਦਾਂ ਬਣਾ ਦਿੱਤਾ ਗਿਆ ਕਿ ਮੀਡੀਆ ਨੇ ਕੁਝ ਬਣਾ ਦਿੱਤਾ ਕਿ ਪੀਸ ਦੀ ਗੱਲ ਕਰਨ ਵਾਲਾ ਐਂਟੀ ਨੈਸ਼ਨਲ ਹੋ ਗਿਆ। ਸ਼ਾਇਦ ਤੁਹਾਡੇ ਮੁਲਕ ਵਿੱਚ ਵੀ ਇਦਾਂ ਹੀ ਹੋਵੇ ਵੀ ਪੀਸ ਦੀ ਗੱਲ ਕਰਨ ਵਾਲਾ ਐਂਟੀ ਨੈਸ਼ਨਲ ਹੋ ਗਿਆ ਹੋਵੇ, ਕਿਉਂਕਿ ਸਰਕਾਰਾਂ ਜਦੋਂ ਕਰੂਰ ਰੂਪ ਚ ਆਉਂਦੀਆਂ ਨੇ ਨਾ, ਨੰਗੇ ਚਿੱਟੇ ਕੱਪੜੇ ਲਾ ਕੇ ਆਉਂਦੀਆਂ ਨੇ, ਉਹ ਫਿਰ ਨਾ ਆਪਣੀ ਮਨਮਾਨੀ ਇਦਾਂ ਹੀ ਕਰਦੀਆਂ ਹੁੰਦੀਆਂ ਕਿ ਪੀਸ ਦੀ ਗੱਲ ਕਰਨ ਵਾਲਾ ਵੀ ਜਿਹੜਾ ਉਦੋਂ ਤੁਹਾਨੂੰ ਦੇਸ਼ ਧਰੋਹੀ ਲੱਗਣ ਲੱਗ ਜਾਂਦਾ। ਹਾਲਾਂਕਿ ਪੀਸ ਦੀ ਗੱਲ ਕਰਨ ਵਾਲਾ ਦੇਸ਼ ਧਰੋਹੀ ਨਹੀਂ ਹੁੰਦਾ, ਉਹ ਸਭ ਤੋਂ ਵੱਡਾ ਦੇਸ਼ ਨੂੰ ਮੁਹੱਬਤ ਕਰਨ ਵਾਲਾ ਹੁੰਦਾ, ਚਾਹੇ ਉਹ ਪਾਕਿਸਤਾਨ 'ਚ ਬੈਠਾ ਹੋਵੇ ਚਾਹੇ ਇੰਡੀਆ 'ਚ ਬੈਠਾ ਹੋਵੇ। ਕਿਉਂਕਿ ਦੋਵਾਂ ਮੁਲਕਾਂ ਦੀ ਜਿਹੜੀ ਤਰੱਕੀ ਹੁੰਦੀ ਆ ਉਹ ਸ਼ਾਂਤੀ, ਅਮਨ ਤੇ ਮੁਹੱਬਤ 'ਚ ਹੁੰਦੀ ਆ। ਹੁਣ ਇੱਕ ਨਾਲ ਹੀ ਜੁੜਿਆ ਤੁਹਾਡਾ ਹੋਰ ਸਵਾਲ ਸੀ ਮੀਡੀਆ ਬਾਰੇ। ਦੇਖੋ, ਮੀਡੀਆ ਆਮ ਤੌਰ ਦੇ ਉੱਤੇ ਨਾ ਭਾਰਤ ਤੇ ਮੀਡੀਆ ਨੇ ਤਾਂ ਆਪਣੀ ਪੂਰੀ ਤਰ੍ਹਾਂ ਸੈਂਸਿਬਿਲਿਟੀ ਖੋ ਲਈ ਹੈ। ਤੁਹਾਡੇ ਬਾਰੇ ਮੈਨੂੰ ਤਾਂ ਨਹੀਂ ਪਤਾ, ਕਿਉਂਕਿ ਕੁਝ ਜਦੋਂ ਆਹ ਪਹਿਲਗਾਮ ਤੋਂ ਬਾਅਦ 3-4 ਦਿਨ ਤਾਂ ਤੁਹਾਡਾ ਚੱਲਿਆ ਟੀਵੀ ਸਾਡੇ ਇੱਥੇ, ਉਹਦੇ ਵਿੱਚ ਹੋਇਆ ਕਿ ਉਦੋਂ ਬਾਅਦ ਤੁਹਾਡੇ ਕਈ ਸਾਰੇ ਟੀਵੀ ਬੰਦ ਕਰ ਦਿੱਤੇ ਗਏ। ਛੋਟੇ ਛੋਟੇ ਕਲਿੱਪਸ ਆਉਂਦੇ ਰਹੇ ਨੇ ਜਾਂ ਹੋਰ ਆਉਂਦੇ ਰਹੇ ਨੇ, ਉਹਦੇ ਵਿੱਚੋਂ ਮੈਨੂੰ ਉਹਨਾਂ ਦਾ ਕਮਲਵਾਪਨ ਤਾਂ ਦਿਖਾਈ ਦਿੰਦਾ ਰਿਹਾ ਤੁਹਾਡੇ ਮੀਡੀਆ ਦਾ। ਜਿਵੇਂ ਗੁਰਪਤਵੰਤ ਪੰਨੂ ਦੀ ਇੰਟਰਵਿਊ ਕਰ ਲਈ, ਹੁਣ ਉਹਦੇ ਤੇ ਤਾਂ ਉਹਦੇ ਘਰ ਦੇ ਨਹੀਂ ਕਦੇ ਯਕੀਨ ਕਰਦੇ ਹੋਣੇ, ਤੁਹਾਡੇ ਵਾਲੇ ਚੈਨਲ ਪਤਾ ਨਹੀਂ ਕਿਉਂ ਕਰਨ ਲੱਗ ਗਏ ਉਹਦੇ ਤੇ। ਹੈ ਉਹ ਤੁਹਾਨੂੰ ਦੇਖਿਆ ਵੀ ਮਾਨਸਿਕ ਤੇ ਦਿਮਾਗੀ ਤੌਰ ਤੇ ਥੋੜਾ ਜਿਹਾ ਮੈਨੂੰ ਮੈਂਟਲ ਜਿਹਾ ਲੱਗਦਾ। ਅੱਛਾ, ਇਦਾਂ ਹੀ ਸਾਡੇ ਵਾਲੇ ਪਾਸੇ ਦੇਖੋ ਜੀ, ਕਰਾਚੀ ਜਿੱਤ ਲਿਆ, ਇਸਲਾਮਾਬਾਦ ਜਿੱਤ ਲਿਆ, ਲਾਹੌਰ ਜਿੱਤ ਲਿਆ, ਹੁਣ ਤਾਂ ਜੀ ਤੁਹਾਡਾ ਫੌਜ ਮੁਖੀ ਤਾਂ ਗ੍ਰਿਫਤਾਰੀ ਕਰ ਲਿਆ। ਅੱਛਾ ਜੀ, ਪਲੀਜ਼ ਬੋਲੋ। ਅੱਛਾ ਜੀ, ਮੈਨੂੰ ਇਹ ਦੱਸੋ ਕਿ ਇਹ ਕੀ ਵਜ੍ਹਾ ਬਣੀ ਹੈ? ਮੀਡੀਆ ਨੇ ਕੋਈ ਪ੍ਰੈਸ਼ਰ ਲੈ ਲਿਆ ਹੈ ਜਾਂ ਇਹਨਾਂ ਨੂੰ ਇੱਕ ਲਾਈਨ ਮਿਲੀ ਜਿਹਦੇ ਵੱਲ ਟੁਰਨਾ ਸੀ ਇਹਨਾਂ ਨੇ? ਨਹੀਂ, ਜੇ ਤੁਸੀਂ ਇੰਡੀਆ ਦੇ ਬਾਬਤ ਦੇਖੋ ਨਾ, ਵੈਸੇ ਪਾਕਿਸਤਾਨ 'ਚ ਵੀ ਤਾਂ ਮੈਨੂੰ ਬਹੁਤ ਤਾਂ ਨਹੀਂ ਪਤਾ, ਕਿਉਂਕਿ ਮੈਂ ਦੱਸਿਆ ਕਿ ਕਾਫੀ ਦਿਨਾਂ ਦੇ ਅਸੀਂ ਉੱਥੇ ਦੇ ਚੈਨਲ ਬਹੁਤੇ ਬਲੌਕ ਨੇ। ਇੰਡੀਆ 'ਚ ਬਿਆਨੀਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਨਾ ਇੰਡੀਆ ਦਾ ਜਿਹੜਾ ਮੀਡੀਆ, ਜਿਹਨੂੰ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਕਹਿੰਦੇ ਨੇ, ਉਹ ਸਰਕਾਰ ਦੇ ਬਿਆਨੀਏ ਤੇ ਚੱਲ ਰਿਹਾ। ਉਹ ਹਿੰਦੂ ਮੁਸਲਮਾਨ ਕਰ ਰਿਹਾ, ਉਹ ਲਗਾਤਾਰ ਮਾਈਨੋਰਿਟੀ ਤੇ ਅਟੈਕ ਕਰ ਰਿਹਾ। ਹੋਰ ਛੱਡੋ, ਮਾਈਨੋਰਿਟੀ ਤੇ ਅਟੈਕ ਕਰਦਾ ਕਰਦਾ ਉਹ ਆਪਣਾ ਦਿਮਾਗ ਇੰਨਾ ਖੋ ਬੈਠਾ। ਅਰਨਬ ਗੋਸਵਾਮੀ ਵਰਗੇ ਜਿਹੜੇ ਬੰਦੇ ਨੇ, ਉਹ ਤਾਂ ਜਦੋਂ ਆ ਪਹਿਲਗਾਮ ਹੋਇਆ, ਉਹ ਤਾਂ ਇਹ ਕਹਿ ਰਿਹਾ ਸੀ ਕਿ ਕਸ਼ਮੀਰ 'ਚ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ। ਮਤਲਬ ਕਸ਼ਮੀਰ ਦੇ, ਹੁਣ ਦੇਖੋ, ਇਲੈਕਸ਼ਨ ਕਿਸੇ ਵੀ ਲੋਕਤੰਤਰ ਦਾ ਇੱਕ ਹਿੱਸਾ, ਤੇ ਇੱਥੋਂ ਤੱਕ ਕਿ ਬੀਜੇਪੀ ਦੇ ਨਿਸ਼ੀਕਾਂਤ ਕਹਿ ਰਿਹਾ ਹੈਗਾ ਕਿ ਕਨਸਟੀਟਿਊਸ਼ਨ ਦੀ ਜਿਹੜੀ 26 ਤੋਂ 29 ਜਿਹੜੀ ਅਮੈਂਡਮੈਂਟ ਆ ਉਹ ਚੇਂਜ ਕਰ ਦੇਣੀ ਚਾਹੀਦੀ ਆ, ਜੋ ਕਿ ਮਾਈਨੋਰਿਟੀ ਦੇ ਅਧਿਕਾਰਾਂ ਦੀ ਗੱਲ ਕਰਦੀ ਹੈਗੀ ਆ। ਇਹਦਾ ਮਤਲਬ ਕਾਰਨ ਕੀ ਹੈ ਕਿ ਜਿਹੜਾ ਇੱਕ ਬੀਜੇਪੀ ਤੇ ਆਰਐਸਐਸ ਜਿਹੜੀ ਹੁਣ ਸੱਤਾ ਦੇ ਉੱਤੇ ਕਾਬਜ਼ ਹੈ, ਉਹਦਾ ਇੱਕ ਬਿਆਨੀਆ ਹੈਗਾ, ਜਿਹੜਾ ਉਹ ਬਿਆਨੀਆ ਐਂਟੀ ਕਨਸਟੀਟਿਊਸ਼ਨ ਹੈ। ਉਹ ਕੋਈ ਸਾਡੇ ਕਨਸਟੀਟਿਊਸ਼ਨ ਨੂੰ ਪਿਆਰ ਨਹੀਂ ਕਰਦੇ, ਉਹ ਤਾਂ ਕਿਤੇ ਨਾ ਕਿਤੇ ਉਹਨੂੰ ਕਿਤੇ ਨਾ ਠਿੱਬੀ ਲਾਉਂਦੇ ਰਹਿੰਦੇ ਨੇ, ਜਿਵੇਂ ਨਿਸ਼ੀਕਾਂਤ ਦੀ ਗੱਲ ਕਰ ਦਿੱਤਾ। ਇਸੇ ਤਰ੍ਹਾਂ ਚੈਨਲ ਉਹਨਾਂ ਦਾ ਬਿਆਨੀਆ ਕਰਦੇ ਨੇ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਇੱਕ ਮੋੜ ਉੱਤੇ ਆ ਕੇ ਨਾ, ਜਿਵੇਂ ਤੁਸੀਂ ਕਿਹਾ ਸਾਨੂੰ ਗੱਲਬਾਤ ਕਰਨੀ ਪੈਂਦੀ ਆ, ਉਹ ਚੈਨਲ ਆਪਣੀ ਸਰਕਾਰ ਲਈ ਵੀ ਦਿੱਕਤ ਪੈਦਾ ਕਰਦੇ ਨੇ। ਤੁਸੀਂ ਦੇਖੋ, ਸਰਕਾਰ ਨੂੰ ਕੁਝ ਦਿਨ ਪਹਿਲਾਂ ਕਹਿਣਾ ਨਹੀਂ ਪਿਆ ਕਿ ਜ਼ਿਆਦਾ ਇਸ ਤਰ੍ਹਾਂ ਦੀਆਂ ਫੇਕ ਨਿਊਜ਼ ਨਾ ਫਲਾਈਆਂ ਜਾਣ ਭਾਈ। ਤੇ ਹਾਲਾਂਕਿ ਕੀਤਾ ਕੁਝ ਨਹੀਂ ਸਰਕਾਰ ਨੇ, ਕੀਤਾ ਤਾਂ ਨਹੀਂ ਕਿਉਂਕਿ ਉਹਨਾਂ ਦੇ ਬੱਚੇ ਨੇ, ਬਗਲ ਬੱਚੇ ਨੇ, ਉਹ ਆਪਣੇ ਬਗਲ ਬੱਚਿਆਂ ਦਾ ਕੋਈ ਨੁਕਸਾਨ ਥੋੜਾ ਕਰਨਗੇ। ਪਰ ਇਹ ਕਹਿਣਾ ਇਸ ਲਈ ਪਿਆ ਕਿਉਂਕਿ ਜਦੋਂ ਚਾਹੇ ਜਿੰਨੀ ਮਰਜ਼ੀ ਲੜਾਈ ਹੋਵੇ, ਇੱਕ ਰਸਤਾ ਨਾ ਬੈਕਡੋਰ ਵਾਲਾ ਹੁੰਦਾ। ਉਹਦੇ ਵਿੱਚ ਤੁਸੀਂ ਗੱਲ ਕਰਨੀ ਹੁੰਦੀ। ਜਿਵੇਂ ਤੁਸੀਂ ਦੇਖਿਆ ਕਿ ਇੰਡੀਆ ਦੇ ਜਿਹੜੇ ਹੈਗੇ ਆ ਅਜੀਤ ਡੋਭਾਲ ਜੀ, ਉਹ ਤੁਹਾਡੇ ਜਿਹੜੇ ਹੈਗੇ ਆ ਸੁਰੱਖਿਆ ਸਲਾਹਕਾਰ ਦੇ ਨਾਲ ਗੱਲ ਕਰ ਰਹੇ ਸੀਗੇ। ਉਹ ਖਬਰਾਂ ਪਹਿਲਾਂ ਐਕਸਪ੍ਰੈਸ ਵਿੱਚ ਆਈਆਂ, ਫਿਰ ਉਦੋਂ ਬਾਅਦ ਵਿੱਚ ਇੰਡੀਆ ਦੇ ਕੁਝ ਹੋਰ ਮੀਡੀਆ 'ਚ ਆਈਆਂ, ਤੇ ਇੰਡੀਆ ਦੇ ਜਿਹੜਾ ਵਿਦੇਸ਼ ਸਚਿਵ ਹੈਗਾ, ਫੋਰਨ ਸੈਕਟਰੀ ਆ, ਉਹਨੇ ਉਹਨੂੰ ਨਾ ਨਹੀਂ ਕੀਤਾ, ਇਨਕਾਰ ਨਹੀਂ ਕੀਤਾ। ਉਹ ਕਹਿੰਦਾ ਮੈਨੂੰ ਨਹੀਂ ਪਤਾ। ਪਰ ਕੁਝ ਦਿਨਾਂ ਬਾਅਦ, ਇੱਕ ਦਿਨ ਬਾਅਦ ਹੀ ਫਿਰ ਟਰੰਪ ਸਾਹਿਬ ਨੇ ਫਰਮਾ ਦਿੱਤਾ, ਤੇ ਬਾਅਦ ਵਿੱਚ ਦੋਵੇਂ ਮੁਲਕਾਂ ਨੇ ਵੀ ਕਹਿ ਦਿੱਤਾ ਹਾਂਜੀ ਕਬੂਲ ਹੈ, ਕਬੂਲ ਹੈ, ਕਬੂਲ ਹੈ ਜੀ। चले थोड़ा आगे बढ़ते हैं और मैं ये पूछना चाहती हूँ कि जो होना था वो तो हो गया। अब इस मीडिया की क्रेडिबिलिटी जो कि बिल्कुल ही कचरा हो गई है, देखने को मिल रहा है। अभी मैं आज सुबह भी देख रही थी कि कुछ ऐसे चैनल्स हैं, कुछ ऐसे सीनियर सहाफ़ी हैं या इवन जो ऑनलाइन जो लोग काम कर रहे हैं पब्लिशिंग का, वहाँ पर हाँ वो तनकीद कर रहे हैं अपने ही लोगों के ऊपर कि जिन्होंने ये सारा तमाशा उसको आग लगाई। बड़े सीनियर लोग भी इसमें शामिल थे। मैं तो बरखा दत्त साहिबा पर हैरान हूँ, वो मुसलसल अभी भी तस्लीम नहीं कर रही हैं। उनसे सब पूछ रहे हैं और जिहड़ा पायलट फड़िया गया सी ओहदा नां ही दस दिओ, ओहदा मतलब कि किसे पासे ते कोई हथ पल्ला पवे ना। लेकिन
ਇਹ ਜੋ ਕੁਛ ਵੀ ਸਿਚੁਏਸ਼ਨ ਬਣੀ ਹੈ ਹੁਣ ਜ਼ਾਹਿਰ ਹੈ ਕਿ ਅੱਗੇ ਵਧਣਾ ਹੈ ਨਾ ਵੇ ਫਾਰਵਰਡ ਕੀ ਹੈ ਮੀਡੀਆ ਦੇ ਹਵਾਲੇ ਦੇ ਨਾਲ ਕੋਈ ਇਕਦਾਮਾਤ ਹੋ ਰਹੇ ਨੇ ਜਾਂ ਕੋਈ ਗੁੰਜਾਇਸ਼ ਨਿਕਲੇਗੀ ਜਾਂ ਬਸ ਚੱਲਣ ਦਿੱਤਾ ਜਾਏਗਾ ਇਹ ਸਾਰਾ ਮਾਮਲਾ। ਦੇਖੋ ਇਹਦੇ ਵਿੱਚ ਇੱਕ ਚੀਜ਼ ਨਾ ਸ਼ਾਇਦ ਤੁਹਾਡਾ ਸਵਾਲ ਤੁਸੀਂ ਕਰਨਾ ਭੁੱਲ ਗਏ ਜਾਂ ਤੁਹਾਡੇ ਜ਼ਿਹਨ 'ਚ ਨਹੀਂ ਆਇਆ ਹੋਣਾ। ਦੇਖੋ ਬਰਖਾ ਦੱਤ ਵਗੈਰਾ ਨੇ ਤਾਂ ਆਪਣੀ ਕ੍ਰੈਡੀਬਿਲਿਟੀ ਕਾਫੀ ਚਿਰ ਦੀ ਗੁੰਮ ਕੀਤੀ ਹੋਈ ਹੈਗੀ ਆ, ਉਹਦੀ ਤਾਂ ਕੋਈ ਉਸ ਤਰ੍ਹਾਂ ਕ੍ਰੈਡੀਬਿਲਿਟੀ ਨਹੀਂ। ਲੇਕਿਨ ਇਸ ਮਾਹੌਲ ਦੇ ਵਿੱਚ ਨਾ ਅਸੀਂ ਇਹ ਦੇਖਿਆ ਇੰਡੀਆ ਦੇ ਕਈ ਇਦਾਂ ਦੇ ਮੀਡੀਆ ਇਦਾਰੇ ਸੀਗੇ ਜਿਹੜੇ ਕਿ ਗੋਦੀ ਮੀਡੀਆ ਨਹੀਂ ਸੀਗੇ, ਜਿਹੜੇ ਆਪਣੇ ਆਪ ਨੂੰ ਕੁਐਸਚਨ ਕਰਨ ਵਾਲੇ ਕਹਿੰਦੇ ਸੀਗੇ। ਉਹਦੇ ਵਿੱਚ ਤੁਸੀਂ ਦੇਖੋ ਸੱਤੇ ਹਿੰਦੀ ਆ ਜਦੋਂ ਦਾ 에ਅਰ ਸਟ੍ਰਾਈਕ ਹੋਈ ਹੈ 7-8 ਦੀ ਦਰਮਿਆਨੀ ਰਾਤ ਨੂੰ, ਉਹਨਾਂ ਨੇ ਵੀ ਇਸ ਤਰ੍ਹਾਂ ਦੀ ਬੋਲੀ ਬੋਲਣ ਲੱਗ ਗਏ, ਲਓ ਜੀ ਪਾਕਿਸਤਾਨ ਨੂੰ ਸਬਕ ਸਿਖਾਤਾ, ਫਲਾਨਾ ਕਰਤਾ, ਢਿੰਗੜਾ ਕਰਤਾ। ਇਸੇ ਤਰ੍ਹਾਂ ਹੀ ਸੱਤੇ ਹਿੰਦੀ ਤੋਂ ਬਿਨਾ ਹੋਰ ਬਹੁਤ ਸਾਰੇ ਨੇ। ਈਵਨ ਇੱਥੇ ਤੱਕ ਹੋ ਛੱਡੋ, ਸਾਡਾ ਸਭ ਦਾ ਹਰਮਨ ਪਿਆਰਾ ਪੱਤਰਕਾਰ ਰਵੀਸ਼ ਕੁਮਾਰ, ਉਹਦੇ ਅੰਦਰ ਵੀ ਨੈਸ਼ਨਲਿਜ਼ਮ ਜਾਗ ਗਿਆ ਹੋਇਆ ਦਿਖਿਆ ਉਹਦੀਆਂ ਕੁਝ ਵੀਡੀਓਜ਼ ਦੇ ਵਿੱਚ। ਇੱਕ ਵਿੱਚ ਤਾਂ ਉਹਨੇ ਇਹ ਵੀ ਲਿਖ ਦਿੱਤਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਉਹ ਟਿਕਟੋਕਰ ਟਾਈਪ ਨੇ ਹੋਰ ਨੇ ਉਹ ਅੱਤਵਾਦ ਵਿਰੁੱਧ ਕਿਉਂ ਨਹੀਂ ਬਣਾਉਂਦੇ, ਫਲਾਨਾ ਕਿਉਂ ਨਹੀਂ ਕਰਦੇ। ਦੇਖੋ ਬਲਕਿ ਇੱਕ ਤੁਹਾਡਾ ਇੱਕ ਉਹ ਚੈਨਲ ਨਾ ਦੇਸ਼ ਭਗਤ ਦੇ ਨਾਮ ਦੇ ਨਾਲ, ਉਹਨੂੰ ਵੀ ਖਰੇ ਕੀ ਹੋ ਗਿਆ। ਈਵਨ ਧਰੂਵ ਰਾਠੀ ਵਿੱਚ ਉਹਨੇ ਵੀ ਲੈਣ ਥੋੜੀ ਜੀ, ਮਤਲਬ ਸਾਰਿਆਂ ਨੂੰ ਨੈਸ਼ਨਲਿਜ਼ਮ ਦਾ ਇੱਕ ਖਾਸ ਤਰ੍ਹਾਂ ਦਾ ਨਾ ਚੜ ਗਿਆ ਰੰਗ। ਗੱਲ ਇਹ ਵੇ ਕਿ ਇਸ ਸ਼ਿਵ ਮੈਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਇਸ ਹੁਣ ਇਹ ਜੋ ਹੋਣਾ ਸੀ ਹੋ ਗਿਆ, ਇਹਨਾਂ ਨੂੰ ਸੁਧਾਰਨ ਵਾਸਤੇ ਜਾਂ ਕੋਈ ਇੰਟਰੋਸਪੈਕਸ਼ਨ ਵਾਸਤੇ ਕੋਈ ਇਕਦਾਮਾਤ ਹੋ ਰਹੇ ਨੇ? ਕਿਉਂਕਿ ਪਹਿਲੇ ਇਲਜ਼ਾਮ ਲੱਗਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਫੇਕ ਨਿਊਜ਼, ਪ੍ਰੋਪਾਗੈਂਡਾ ਜਾਂ ਇਹ ਸਾਰਾ ਤਮਾਸ਼ਾ ਇਧਰੋਂ ਸ਼ੁਰੂ ਹੁੰਦਾ ਹੈ, ਲੇਕਿਨ ਇਸ ਵਾਰੀ ਲੈਂਡ ਜਿਹੜੀ ਹੈ ਉਹ ਮੇਨ ਸਟ੍ਰੀਮ ਮੀਡੀਆ ਵੱਲੋਂ ਆਈ ਹੈ। ਤੇ ਕੁਝ ਤੁਸੀਂ ਦੱਸੋ ਇਸ ਬਾਰੇ 'ਚ। ਦੇਖੋ ਨਹੀਂ, ਮੇਰਾ ਜਵਾਬ ਸ਼ਾਇਦ ਇਸ ਤੋਂ ਵੱਡਾ ਸੀ ਜਿਹੜਾ ਤੁਸੀਂ ਸਵਾਲ ਕੀਤਾ ਹੈ। ਉਹ ਕੀ ਹੈ, ਦੇਖੋ ਮੇਨ ਸਟ੍ਰੀਮ ਤਾਂ ਪਹਿਲਾਂ ਹੀ ਸਾਡਾ ਸੋ ਕਾਲਡ ਮੇਨ ਸਟ੍ਰੀਮ ਤਾਂ ਬਦਨਾਮ ਸੀਗਾ। ਉਹ ਤਾਂ 10 ਸਾਲ ਦਾ ਸਰਕਾਰ ਦੀ ਹੁਕਮ ਬਜਾ ਰਿਹਾ ਹੈਗਾ, ਜਿਵੇਂ ਸਰਕਾਰ ਕਹਿੰਦੀ ਹੈ ਉਹ ਸਵਾਖੇ ਕਰੀ ਜਾ ਰਿਹਾ। ਸਵਾਲ ਹੈ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਗੋਦੀ ਨਹੀਂ ਹੈਗੇ, ਉਹ ਵੀ ਉਸੇ ਲਈ ਤੇ ਚੱਲੇ। ਉਹਨਾਂ ਨੇ ਉਹਨੂੰ ਸਰਕਾਰ ਨੂੰ ਸਵਾਲ ਕਰਨੇ ਸੀ। ਚਲੋ ਦੇਖੋ ਅਸਲ 'ਚ ਕੀ ਹੁੰਦਾ ਕਿ ਜਿਹੜੇ ਨਾ ਇਦਾਂ ਦੇ ਸੈਂਸਿਟਿਵ ਹਾਲਤ ਹੁੰਦੇ ਆ, ਉਹਨੂੰ ਦੇਖੋ ਕੁਛ ਤਾਂ ਨਿਯਮ ਹੁੰਦੇ ਆ ਕਿ ਤੁਸੀਂ ਆਪਣੇ ਠੀਕ ਆ ਉਸ ਮੁਲਕ ਦੇ ਖਿਲਾਫ ਨਹੀਂ ਬੋਲਣਾ, ਉਹ ਜਦੋਂ ਤੁਹਾਡੀਆਂ ਫੌਜਾਂ ਲੜ ਰਹੀਆਂ ਉਦੋਂ ਤੁਸੀਂ ਕੁਛ ਨਹੀਂ ਕਰਨਾ, ਬੜਾ ਸੈਂਸਿਟਿਵ ਹੋ ਕੇ ਪੱਤਰਕਾਰੀ ਕਰਨੀ ਹੁੰਦੀ ਆ। ਪਰ ਉਹਦੇ ਵਿੱਚ ਕੁਛ ਰੂਲ ਹੁੰਦੇ ਨੇ ਕਿ ਤੁਸੀਂ ਜਦੋਂ ਸਰਕਾਰਾਂ ਨੈਸ਼ਨਲਿਜ਼ਮ ਦਾ ਭੂਤ ਤੁਹਾਡੇ ਸਿਰ ਤੇ ਸਵਾਰ ਕਰਨ, ਉਦੋਂ ਪੱਤਰਕਾਰ ਨੇ ਨੈਸ਼ਨਲਿਸਟ ਨਹੀਂ ਹੋ ਜਾਣਾ ਹੁੰਦਾ ਬਈ। ਪੱਤਰਕਾਰ ਦਾ ਕੰਮ ਹੈ, ਦੇਖੋ ਜਿਵੇਂ ਮੰਨ ਲਓ ਕਿ ਮੈਂ ਜਰਨਲਿਸਟ ਹਾਂ, ਮੈਂ ਦੱਸਣਾ ਆਪਣੀ ਆਡੀਅנס ਨੂੰ, ਮੈਂ ਕਹਾਂਗਾ ਕਿ ਭਾਈ ਆਹ ਘਟਨਾ ਹੋ ਗਈ, ਪਾਕਿਸਤਾਨ ਇਹ ਕਹਿ ਰਿਹਾ, ਇੰਡੀਆ ਇਹ ਕਹਿ ਰਿਹਾ, ਅਤੇ ਤੀਜੇ ਕੰਟਰੀ ਦੇ ਮੁਲਕ ਦੇ ਜਿਹੜੇ ਅਲ ਜਜ਼ੀਰਾ ਵਾ, ਕੋਈ BBC ਆ, ਉਹ ਫਲਾਂ ਕੁਝ ਕਹਿ ਰਿਹਾ। ਇਹ ਹੁੰਦੀ ਆ ਰਿਪੋਰਟਿੰਗ, ਵੀ ਤੁਸੀਂ ਇੱਕ ਤਰ੍ਹਾਂ ਨਾਲ ਆਪਣੇ ਜਨਤਾ ਨੂੰ ਸਹੀ ਇਨਫੋਰਮੇਸ਼ਨ ਦਿੰਦੇ। ਜੇ ਤੁਸੀਂ ਸਹੀ ਇਨਫੋਰਮੇਸ਼ਨ ਨਹੀਂ ਦਿੰਦੇ, ਮੰਨ ਲਓ ਤੁਹਾਡੇ ਵਾਲੇ ਕਹਿਣ ਲੱਗੇ ਵੀ ਅਸੀਂ ਇੰਡੀਆ ਦਾ ਫਿਰੋਜ਼ਪੁਰ ਘੇਰ ਲਿਆ, ਅਸੀਂ ਦਿੱਲੀ ਘੇਰ ਲਿਆ, ਤੇ ਸਾਡੇ ਵਾਲੇ ਕਹਿਣ ਲੱਗੇ ਜੀ ਜਿਵੇਂ ਕਿਹਾ ਹੀ ਆ ਇਸਲਾਮਾਬਾਦ ਕਰਤਾ, ਫਲਾਨਾ ਕਰਤਾ, ਉਹਦੇ ਵਿੱਚ ਲੋਕਾਂ ਨੂੰ ਇੱਕ ਤਾਂ ਸਹੀ ਇਨਫੋਰਮੇਸ਼ਨ ਨਹੀਂ ਆਉਂਦੀ, ਫਿਰ ਪੈਨਿਕ ਕ੍ਰੀਏਟ ਕਰਦੇ ਹੋ ਤੁਸੀਂ ਲੋਕਾਂ ਦੇ ਵਿੱਚ, ਉਹ ਤੁਸੀਂ ਆਪਣੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਹੋ। ਇਹਦੇ ਵਿੱਚ ਇੱਕ ਹੋਰ ਵੀ ਵੱਡਾ ਸਬਕ ਹੈ ਅਫਸ਼ਾਂ, ਜਦੋਂ ਨਾ ਨੈਸ਼ਨਲਿਜ਼ਮ ਦਾ ਭੂਤ ਸਵਾਰ ਹੁੰਦਾ, ਉਹ ਪੱਤਰਕਾਰ ਦੀ, ਸਹਾਫੀ ਦੀ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ, ਐਗਜ਼ਾਮ ਹੁੰਦਾ ਕਿ ਉਹ ਆਪਣੇ ਜਰਨਲਿਜ਼ਮ ਦੇ ਐਥਿਕਸ ਦੇ ਉੱਤੇ ਕਿਵੇਂ ਕਾਇਮ ਰਹਿ ਸਕੇ। ਤੇ ਬੜੇ ਦੁੱਖ ਦੀ ਗੱਲ ਹੈ ਕਿ ਇੰਡੀਆ ਦਾ ਜਿਹੜਾ ਮੀਡੀਆ ਵਾ, ਈਵਨ ਗੋਦੀ ਤਾਂ ਹੈ ਹੀ ਹੈ, ਜਿਹੋ ਜਿਹਾ ਹੈਗਾ ਉਹ ਤਾਂ ਮੈਂ 10 ਸਾਲ ਤੋਂ ਦੇਖ ਹੀ ਰਿਹਾ, ਲੇਕਿਨ ਜਿਨ੍ਹਾਂ ਨੂੰ ਅਸੀਂ ਕੁਝ ਰਿਸਪੈਕਟਡ ਅਦਾਰੇ ਕਹਿੰਦੇ ਆ, ਰਿਸਪੈਕਟਡ ਪੱਤਰਕਾਰ ਕਹਿੰਦੇ ਆ, ਉਹ ਵੀ ਸਵਾਲ ਕਰਨ ਤੇ ਉਹ ਵੀ ਇੱਕ ਅੱਛੀ ਜਰਨਲਿਜ਼ਮ ਦੇਣ ਲਈ ਐਕਸਪੋਜ਼ ਹੋਏ ਨੇ। ਉਹ ਇਹਦਾ ਮਤਲਬ ਉਹਨਾਂ ਲਈ ਅੱਗੇ ਚੱਲ ਕੇ ਵੀ ਸਵਾਲ ਆ। ਦੇਖੋ ਸਿੰਪਲ ਜੀ ਗੱਲ ਹੈ, ਹੁਣ ਤੁਸੀਂ ਇੱਕ ਦਿਨ ਤਾਂ ਵਧਾਈਆਂ ਦੇ ਰਹੇ ਹੋ ਜੀ, ਮੋਦੀ ਜੀ ਫੱਟੇ ਚੱਕ ਤੇ ਤੁਸੀਂ ਵਧੀਆ ਕਰਤਾ। ਹੁਣ ਕੱਲ ਨੂੰ ਜਦੋਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕੁਐਸਚਨ ਵੀ ਪੁੱਛੋਗੇ, ਤੁਸੀਂ ਕਿਹੜੇ ਮੂੰਹ ਨਾਲ ਕੁਐਸਚਨ ਜਾਂ ਤਾਂ ਤੁਸੀਂ ਅੱਜ ਗਲਤ ਹੋ ਜਾਂ ਕੱਲ ਗਲਤ ਹੋ। ਇਹਦੇ ਬਾਅਦ ਇੱਥੇ ਆ ਕੇ ਇਹ ਲੋਕ ਘਿੜ ਜਾਂਦੇ ਨੇ। ਮੀਡੀਆ ਜਿਹੜਾ ਸਰਕਾਰਾਂ ਵੱਲੋਂ ਸਿਰਜੇ ਹੋਏ ਸੋ ਕਾਲਡ ਨੈਸ਼ਨਲਿਜ਼ਮ ਤੋਂ ਬਾਹਰ ਆ ਕੇ ਜਦੋਂ ਆਪਣੀ ਆਵਾਮ ਦੀ ਗੱਲ ਕਰੇਗਾ, ਉਹਦਾ ਨਾ ਘੇਰਾ ਵੱਡਾ। ਦੇਖੋ ਹੁਣ ਕਹਿੰਦੇ ਕਹਾਉਂਦੇ ਜਿਹੜੇ ਰਿਸਪੈਕਟਡ ਅਦਾਰੇ ਕਹਿ ਰਹੇ ਨੇ ਕਿ ਤੁਹਾਡੇ ਵਾਲੇ ਕਹਿ ਰਹੇ ਨੇ ਇੰਡੀਆ ਨੂੰ ਸਬਕ ਸਿਖਾ ਦਿਓ, ਇੰਡੀਆ ਨੂੰ ਹਮ ਨੇਸਤੋ ਨਾਬੂਦ ਕਰ ਦੇਂਗੇ, ਤੇ ਸਾਡੇ ਵਾਲੇ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਨੂੰ ਇਹ ਦੁਨੀਆ ਦੀ ਨਕਸ਼ੇ ਤੋਂ ਰਹਿਣ ਨਹੀਂ ਦੇਣਾ। ਇਹ ਕਿੱਡੀ ਗੈਰ ਮਨੁੱਖੀ ਗੱਲਬਾਤ ਹੈ ਜਿਹੜੀ। ਜੀ ਜੀ ਬਿਲਕੁਲ ਤੁਸੀਂ ਕਿਹਾ ਕਿ ਪੈਨਿਕ ਮਚ ਜਾਂਦਾ ਹੈ, ਜੋ ਵੀ ਡਿਸਇਨਫੋਰਮੇਸ਼ਨ ਵਾਰ ਇੱਕ ਬਣ ਜਾਂਦੀ ਹੈ। ਕਿਹੋ ਜਿਹਾ ਪੈਨਿਕ ਸੀ? ਕਿਉਂਕਿ ਮੈਂ ਤੁਹਾਨੂੰ ਸਰਹੱਦ ਦੇ ਇਸ ਪਾਰ ਕਮ ਸੇ ਕਮ ਲਹਿੰਦੇ ਪੰਜਾਬ ਵਾਲੀ ਸਾਈਡ ਦਾ ਦੱਸ ਸਕਦੀ ਹਾਂ ਕਿ ਕੋਈ ਪੈਨਿਕ ਸੀਗਾ ਨਹੀਂ ਉਹੋ ਜਿਹਾ, ਬਲਕਿ ਮੀਮਸ ਦਾ ਇੱਕ ਪੂਰਾ ਸ਼ੁਰੂ ਹੋ ਗਿਆ। ਲੇਕਿਨ
ਉਧਰਲੇ ਪਾਸੇ ਕੈਸਾ ਪੈਨਿਕ ਸੀ? ਕਿਉਂਕਿ ਇੱਧਰ ਇੱਕ ਅਸੀਂ ਦੇਖਿਆ ਹੈ ਖਬਰਾਂ 'ਚ ਕਿ ਤੁਹਾਡੀ ਸਰਕਾਰਾਂ ਨੇ ਉਧਰ ਚਲਵਾਈਆਂ ਖਬਰਾਂ ਕਿ ਸਿੱਖਾਂ ਦੀ ਇਬਾਦਤਗਾਹਾਂ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ ਹਮਲਾ ਹੋ ਗਿਆ ਹੈ, ਗੋਲਡਨ ਟੈਂਪਲ ਨੂੰ ਵੀ ਵਿੱਚ ਲੈ ਆਏ, ਜਦਕਿ ਫਿਰ ਇੱਧਰੋਂ ਇਹ ਗੱਲ ਕਹਿਣੀ ਪਈ ਡੀਜੀ ISPR ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਸੀਂ ਤਸੱਵੁਰ ਵੀ ਨਹੀਂ ਕਰ ਸਕਦੇ ਹੈਗੇ ਕਿ ਉਧਰ ਅਸੀਂ ਕੋਈ ਐਸਾ ਹਮਲਾ ਕਰੀਏ ਜਿਹਦੇ ਵਿੱਚ ਕੋਈ ਇਬਾਦਤਗਾਹ ਨੂੰ ਟਾਰਗੇਟ ਕੀਤਾ ਜਾਏ। ਪਲੀਜ਼ ਇਸ ਬਾਰੇ ਵਿੱਚ ਥੋੜਾ ਦੱਸੋ। ਇਹ ਦੋਵੇਂ ਪਾਸਿਓਂ ਆਈਆਂ, ਦੋਵੇਂ ਪਾਸਿਆਂ ਨੇ ਨਾ ਅਸਲ ਵਿੱਚ ਸਿੱਖ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ, ਤੁਹਾਡੇ ਵਾਲਿਆਂ ਨੇ ਵੀ ਸਾਡੇ ਵਾਲਿਆਂ ਨੇ ਵੀ ਕੀਤੀ। ਤੇ ਸਾਡੇ ਵਾਲਿਆਂ ਨੇ ਕਿਉਂਕਿ ਇਹ ਵੀ ਪਹਿਲੀ ਵਾਰ ਦੇਖਿਆ, ਆਮ ਤੌਰ ਤੇ ਨਹੀਂ, ਦੋ ਮੁਲਕਾਂ ਦੀ ਲੜਾਈ ਹੁੰਦੀ ਹੈ, ਇਹਦੇ ਵਿੱਚ ਉਹ ਧਰਮ ਨੂੰ ਲੈ ਆਏ। ਤੇ ਇਸੇ ਕਰਕੇ ਇਹ ਬੜਾ ਮੈਨੂੰ ਇਹ 'ਚ ਕੋਈ ਗੱਲ ਚੰਗੀ ਨਹੀਂ ਲੱਗੀ। ਤੇ ਇਹ ਦੋਵੇਂ ਪਾਸੇ ਝੂਠੀਆਂ ਖਬਰਾਂ ਆਈਆਂ ਵੀ ਕਿਸੇ ਪਾਸੇ ਆਇਆ ਵੀ ਦੇਖੋ ਜੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਪਾਸੇ ਵੀ ਕੋਈ ਉਹ ਮਜਾਇਲ ਆਈ ਹੈ, ਨੇੜੇ ਇੱਕ ਪਿੰਡ ਦੇ ਨੇੜੇ ਆਈ ਹੈ। ਤੇ ਨਨਕਾਣੇ ਵੱਲੋਂ ਵੀ ਸ਼ਾਇਦ ਕੋਈ ਖਬਰ ਆਈ ਸੀ, ਤੁਹਾਡੇ ਵਾਲੇ ਪਾਸਿਓਂ ਵੀ। ਤੇ ਮੈਨੂੰ ਪਤਾ ਲੱਗਿਆ ਕਿ ਨਨਕਾਣਾ ਵੀ ਸੁਰੱਖਿਅਤ ਹੈ ਤੇ ਸਾਡਾ ਕਰਤਾਰਪੁਰ ਵੀ ਸੁਰੱਖਿਅਤ ਹੈ। ਇਹ ਖਬਰ ਦੋਵੇਂ ਪਾਸਿਓਂ ਗਲਤ ਸੀ। ਅੱਛਾ, ਦੂਜੀ ਚੀਜ਼ ਦੇਖਣ ਵਾਲੀ, ਪੈਨਿਕ ਕਿੱਦਾਂ ਦਾ ਹੁੰਦਾ? ਪੈਨਿਕ ਨਾ ਖਾਸ ਕਰਕੇ ਪੰਜਾਬ ਦੇ ਰਹਿਣ ਵਾਲਾ ਮੈਂ, ਉੱਥੇ ਬਾਰਡਰ ਏਰੀਆ ਦੇ ਵਿੱਚ ਪੈਨਿਕ ਹੁੰਦਾ ਕਿ ਉਰੇ ਆਏ ਦਿਨ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਦੇਖੋ ਜੀ ਪਾਕਿਸਤਾਨ ਨੇ ਇੰਨੇ ਮਿਜ਼ਾਈਲ ਛੱਡੇ ਤੇ ਅਸੀਂ ਫੁੰਡ ਦਿੱਤੇ। ਲੇਕਿਨ ਜੇ ਉਹ ਨਾ ਫੁੰਡੇ ਹੁੰਦੇ, ਮੰਨ ਲਓ ਕਿ ਜੇ ਸੱਚੀ ਮੁੱਚੀ ਕੋਈ ਮਿਜ਼ਾਈਲ ਆਇਆ, ਉਹ ਨਾ ਫੁੰਡਿਆ ਹੁੰਦਾ ਤਾਂ ਕਿਸੇ ਦਾ ਨੁਕਸਾਨ ਕਰਨਾ ਹੀ ਸੀਗਾ। ਅੱਛਾ, ਦੂਜੇ ਪਾਸੇ ਕਸ਼ਮੀਰ ਆ ਜਿਹੜਾ ਸਾਡਾ, ਉਹ ਕਸ਼ਮੀਰ ਵੀ ਸਰਹੱਦੀ ਏਰੀਆ, ਉੱਥੇ ਵੀ ਪੈਨਿਕ ਹੈ। ਈਵਨ ਇੱਥੋਂ ਤੱਕ ਕਿ ਕੁਝ ਜਿਹੜੀਆਂ ਰਿਪੋਰਟਾਂ ਖਬਰਾਂ ਆਉਂਦੀਆਂ ਰਹੀਆਂ, ਉਹ ਤੁਹਾਡੇ ਵਾਲੇ ਕਸ਼ਮੀਰ ਦੇ ਵਿੱਚੋਂ ਵੀ ਲੋਕ ਵਿਚਾਰੇ ਬਹੁਤ ਡਰੇ ਹੋਏ ਸੀਗੇ। ਜਿੰਨੇ ਵੀ ਬਾਰਡਰ ਏਰੀਆ ਦੇ ਲੋਕ ਨੇ ਨਾ, ਚਾਹੇ ਉਹ ਇੰਡੀਆ ਦੇ ਹੋਣ ਚਾਹੇ ਪਾਕਿਸਤਾਨ ਦੇ ਹੋਣ, ਉਹ ਸਫਰ ਕਰਦੇ ਨੇ। ਤੇ ਸੋ ਇਸ ਕਰਕੇ ਉਹਨਾਂ ਨੇ ਸਫਰ ਕੀਤਾ, ਉਹ ਪੈਨਿਕ ਹੋਣਾ ਸੁਭਾਵਿਕ ਹੈ। ਨਫ਼ਰਤ ਦੀ ਇੱਕ ਬੁਨਿਆਦ ਜਿਹੜੀ ਉਹ ਕਾਫੀ ਪੁਰਾਣੀ ਹੈ, ਲੇਕਿਨ ਇਸ ਵਾਰੀ ਇੱਕ ਹਿੰਦੂ ਮੁਸਲਿਮ ਬਾਈਨਰੀ ਜਿਹੜੀ ਬਣਾਈ ਗਈ ਹੈ, ਉਹਦੇ ਵਿੱਚ ਜਿਹੜੀ ਇਸ ਨਫ਼ਰਤ ਨੂੰ ਤਕਵੀਅਤ ਮਿਲੀ ਹੈ, ਜੋ ਉਹਨੂੰ ਇੰਨਾ ਮਜ਼ਬੂਤ ਕਰ ਦਿੱਤਾ ਗਿਆ ਹੈ, ਇਹਦਾ ਮਤਲਬ ਕਿ ਅਸਲ ਮਸਲਾ ਕੀ ਹੈ ਜਿਹੜਾ ਕਿ ਇਸ ਸਾਰੇ ਮਾਮਲੇ ਨੂੰ ਇਸ ਪਾਸੇ ਟੋਰ ਰਿਹਾ? ਜਦਕਿ ਅਸੀਂ ਤੇ ਕਹਿੰਦੇ ਹਾਂ ਕਿ ਮਸਲਾ ਜਿਹੜਾ ਹੈ ਉਹ ਗੁਰਬਤ ਹੈ, ਉਹ ਕਾਸਟ ਸਿਸਟਮ ਹੈ, ਉਹ ਸਰਮਾਏ ਦਾ ਜਿਹੜਾ ਇੱਕ ਸਿਸਟਮ ਹੈ ਪੂਰਾ, ਜਿਹਦੇ ਵਿੱਚ ਇੱਕ ਤਬਕਾ ਹੀ ਉੱਤੇ ਹੈ, ਬਾਕੀ ਸਾਰੇ ਪਿਸ ਰਹੇ ਨੇ। ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਦੇਖ ਰਹੇ ਹਾਂ ਕਿ ਕੁਝ ਕੁ ਸਾਲਾਂ ਬਾਅਦ ਫਿਰ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵਿੱਚ ਤਣਾਅ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਇਹਦੇ ਵਿੱਚ ਚੰਗੇ ਚੰਗੇ ਅਮਨ ਕੀ ਆਸ਼ਾ ਜਾਂ ਉਹ ਮੋਮਬੱਤੀਆਂ ਜਗਾ ਲਓ ਵਾਹਗਾ ਸਰਹੱਦ ਉੱਤੇ, ਇਹ ਚੀਜ਼ਾਂ ਵੀ ਆਉਂਦੀਆਂ ਰਹੀਆਂ, ਪੀਸ ਕਾਨਫਰੰਸ ਵੀ ਹੁੰਦੀਆਂ ਰਹੀਆਂ, ਜੋ ਕਿ ਲਗਾਤਾਰ ਚੱਲਣੀਆਂ ਹੁੰਦੀਆਂ, ਬਲਕਿ ਇਦਾਂ ਦੇ ਮਾਹੌਲ 'ਚ ਜ਼ਿਆਦਾ ਚੱਲਣੀਆਂ ਹੁੰਦੀਆਂ। ਉਹਦੇ ਤੇ ਵੀ ਮੈਂ ਗੱਲ ਕਰਾਂਗਾ। ਇਹ ਤੁਹਾਡਾ ਜਿਹੜਾ ਸਵਾਲ ਸੀ ਕਿ ਉਹਦਾ ਕਾਰਨ ਕੀ ਹੈ, ਇਹਦੀ ਜੜ ਕਿੱਥੇ ਪਈ ਆ? ਦੇਖੋ, ਇੱਕ ਤਾਂ ਜੜ ਇੱਕ ਤਾਂ ਮੈਨੂੰ ਲੱਗਦਾ ਕਿ ਜਿਹੜੀ ਬੁਨਿਆਦ ਹੀ ਸੀਗੀ ਨਾ ਸਾਡੀ, ਤੁਹਾਡੇ ਪਿੱਛੇ ਜੇ ਫੌਜ ਮੁਖੀ ਨੇ 2 ਨੇਸ਼ਨ ਥਿਊਰੀ ਦੀ ਗੱਲ ਕਰ ਦਿੱਤੀ, ਉਹ ਜਾ ਕੇ ਬਲਦੀ 'ਚ ਤੇਲ ਪਾਉਣ ਵਾਲਾ ਹੀ ਕੰਮ ਕੀਤਾ ਉਹਨੇ। ਤੇ ਫਿਰ ਸਾਡੇ ਵਾਲਿਆਂ ਨੇ ਉਹਨੂੰ ਕੱਟਣਾ ਸੀਗਾ, ਸਾਡੇ ਵਾਲਿਆਂ ਨੇ ਵੀ ਨਹੀਂ ਕੱਟਿਆ। ਉਹ ਕੱਟਿਆ ਕਿਉਂ ਨਹੀਂ? ਕਿਉਂਕਿ ਆਪ 2 ਨੇਸ਼ਨ ਥਿਊਰੀ ਯਕੀਨ ਕਰਦੇ ਨੇ, ਇਹ ਆਪ ਹਿੰਦੂ ਮੁਸਲਮਾਨ ਇੰਡੀਆ ਦੇ ਵਿੱਚ ਕਰਦੇ ਨੇ। ਇਸ ਕਰਕੇ ਇੱਥੇ ਇਹਨਾਂ ਦੇ ਹਿੱਤ ਸਾਂਝੇ ਸੀ। ਮੈਂ ਤੈਨੂੰ ਐਂ ਵੀ ਕਹਿਣਾ, ਦੇਖੋ ਸਿੰਪਲ ਜੀ ਗੱਲ ਹੈ, ਉਰੇ ਦੋਹਾਂ ਮੁਲਕਾਂ ਦੇ ਸੰਬੰਧ ਖਰਾਬ ਹੋਏ। ਇਹਨਾਂ ਨੇ ਕੀ ਕੀਤਾ? ਸਭ ਤੋਂ ਪਹਿਲਾਂ ਕੀ ਕੀਤਾ ਅਫਸ਼ਾ? ਸਭ ਤੋਂ ਪਹਿਲਾਂ ਕੀਤਾ, ਵੀਜ਼ੇ ਰੋਕ ਦਿੱਤੇ ਜੀ। ਹੁਣ ਅੱਤਵਾਦੀ ਕੋਈ ਵੀਜ਼ਾ ਲਵਾ ਕੇ ਤਾਂ ਨਹੀਂ ਆਉਂਦਾ ਹੈਗਾ, ਚਾਹੇ ਤੁਹਾਡੇ ਵਾਲੇ ਪਾਸੇ ਆਵੇ ਚਾਹੇ ਸਾਡੇ ਵਾਲੇ ਆਵੇ, ਉਹ ਕਿਵੇਂ ਆਉਂਦਾ? ਫਿਰ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਦੂਜੇ ਦੇ ਚੈਨਲ ਰੋਕ ਦਿੱਤੇ। ਹੁਣ ਤੁਹਾਡੇ ਵਾਲੇ ਪਾਸੇ ਤਾਂ ਕਿੰਨੇ ਕੁ ਰੋਕੇ ਮੈਨੂੰ ਪਤਾ ਨਹੀਂ, ਪਰ ਸਾਡੇ ਵਾਲੇ ਪਾਸੇ ਜਿਹੜੇ ਰੋਕੇ ਆ, ਉਹ 'ਚੋਂ ਪਾਕਿਸਤਾਨ ਦੇ ਕੁਝ ਐਸੇ ਚੈਨਲ ਵੀ ਰੋਕੇ ਆ ਜਿਹੜੇ ਗੋਦੀ ਨਹੀਂ ਸੀਗੇ, ਗੋਦੀ ਤੋਂ ਕਿਤੇ ਵਧੀਆ ਕੰਮ ਕਰਦੇ ਸੀ। ਹਾਲਾਂਕਿ ਉਹਨਾਂ ਦੀ ਪ੍ਰੋਬਲਮ ਸੀ, ਉਹਨਾਂ ਨੇ ਆਪਣੀ ਹਕੂਮਤ ਦਾ ਬਿਆਨੀਆਂ ਬੋਲਦੇ ਸੀਗੇ। ਪਰ ਹੁਣ ਜਦ ਦੱਸੋ, ਇਸ਼ਤਿਆਕ ਅਹਿਮਦ ਦਾ ਚੈਨਲ ਆ ਜਿਹੜਾ ਹਿਸਟੋਰੀਅਨ ਆ, ਉਹਦਾ ਚੈਨਲ ਤੁਸੀਂ ਕਿਉਂ ਬੰਦ ਕੀਤਾ? ਉਹ ਤਾਂ ਜਿਨ੍ਹਾਂ ਉੱਤੇ ਵੀ ਸਵਾਲ ਖੜਾ ਕਰਦਾ ਹੈਗਾ। ਤੇ ਅੱਛਾ, ਇਸੇ ਤਰ੍ਹਾਂ ਹੀ ਬਲੈਕ ਹੋਲ ਹੈ, ਹੁਣ ਬਲੈਕ ਹੋਲ ਨੂੰ ਕਿਉਂ ਬੰਦ ਕੀਤਾ? ਉਹਦੇ ਤੇ ਵੀ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਹੁੰਦਾ ਵੀ ਤੁਹਾਡੀ ਫੌਜ ਨਾ ਬੰਦ ਕਰ ਦੇ, ਪਰ ਉਹ ਜਾ ਕੇ ਇੰਡੀਆ ਵਾਲਿਆਂ ਨਹੀਂ ਬੰਦ ਕਰ ਦਿੱਤਾ। ਇਹਦਾ ਹੁਣ ਕਾਰਨ ਕੀ ਹੈ ਕਿ ਸਰਕਾਰਾਂ ਚਾਹੁੰਦੀਆਂ ਹੁੰਦੀਆਂ ਆਪਣੇ ਮਫਾਦ ਲਈ, ਜਦੋਂ ਉਹ ਜੰਗ ਦਾ ਮਾਹੌਲ ਬਣਾਉਂਦੀਆਂ, ਵੀ ਲੋਕਾਂ ਦੇ ਵਿੱਚ ਇਨਫੋਰਮੇਸ਼ਨ ਦਾ, ਉਹਨਾਂ ਨਾਲ ਮੇਲ ਜੋਲ ਕਰਨ ਵਾਲੇ ਜਿੰਨੇ ਵੀ ਸਾਧਨ ਨੇ ਉਹ ਬੰਦ ਹੋ ਜਾਣ। ਇਹਦੀਆਂ ਜੜ੍ਹਾਂ ਦੇਖੋ, ਇੱਕ ਤਾਂ ਸਰਕਾਰਾਂ ਵੱਲੋਂ ਸਿਰਜਿਆ ਹੋਇਆ ਜਿਹੜਾ ਕਸ਼ਮੀਰ ਮਸਲਾ, ਉਹਦੇ ਦੇ ਵਿੱਚ ਪਈਆਂ ਨੇ। ਇੱਕ ਜਿਹੜੀ 2 ਨੇਸ਼ਨ ਥਿਊਰੀ ਆ, ਉਹਦੇ ਉੱਤੇ ਪਈਆਂ। ਉਹ ਅੱਜ ਕੱਲ੍ਹ ਉਹੀ 2 ਨੇਸ਼ਨ ਥਿਊਰੀ ਦੇ ਉੱਤੇ ਨੇੜੇ ਜਿਹੜੀ ਇੰਡੀਆ ਦੀ ਹਕੂਮਤ ਵੀ ਹੈ, ਕਿਉਂਕਿ ਉਹ ਹਿੰਦੂ ਮੁਸਲਮਾਨ ਕਰ ਰਹੀ ਆ, ਉਹ ਤਾਂ ਕਹਿ ਰਹੀ ਆ ਵੀ ਅਸੀਂ ਕਿੱਦਾਂ ਦਾ ਸਾਨੂੰ ਮੁਲਕ ਚਾਹੀਦਾ। ਤੇ ਤੁਹਾਡੇ ਜਿਹੜੀ ਬੁਨਿਆਦ ਹੀ ਉਹਦੇ ਉੱਤੇ, ਹਾਲਾਂਕਿ ਤੁਹਾਡੇ ਅੰਦਰ ਸਵਾਲ ਜ਼ਰੂਰ ਖੜੇ ਹੋ ਰਹੇ ਨੇ। ਜਦੋਂ ਤੁਹਾਡੇ ਫੌਜ ਮੁਖੀ ਨੇ ਬਿਆਨ ਦਿੱਤਾ, ਬਹੁਤ ਸਾਰੇ ਲੋਕਾਂ ਨੇ, ਤੁਹਾਡੇ ਮੁਲਕ ਦੇ ਨੇ, ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀਗਾ। ਅੱਛਾ, ਹੁਣ ਇਹ ਤੇ ਚਲੋ, ਹੁਣ ਅਗਰ ਥੋੜਾ ਜਿਹਾ ਇਹਨੂੰ ਸਮ ਅਪ ਕਰੀਏ, ਤੁਹਾਡੇ ਪਾਸੇ ਦਾ ਮੀਡੀਆ ਕੋਈ ਪਹਿਲ ਕਰ ਸਕਦਾ ਹੈ, ਇੱਧਰੋਂ ਕੋਈ ਗੱਲ ਬਣ ਸਕਦੀ ਹੈ ਕਿ ਮਿਲ ਕੇ
एंटी पीपल या जो एंटी मुस्लिम एक बयानिया शुरू हो गया है ਉਹਨੂੰ ਕਿਸੇ ਤਰ੍ਹਾਂ ਨਾਲ ਸਿੱਧਾ ਕੀਤਾ ਜਾ ਸਕੇ, ਪ੍ਰੋਪਾਗੈਂਡਾ ਨੂੰ ਖਤਮ ਕਰਕੇ ਜਿਹੜੇ ਅਸਲੀ ਮਸਲੇ ਨੇ, ਜਿਹੜੇ ਸਿਆਪੇ ਨੇ, ਜਿਹੜੇ ਦੋਵਾਂ ਪਾਸੇ ਦੇ ਆਵਾਮ ਦੀ ਬੜੀ ਤਾਦਾਦ ਭੁਗਤ ਰਹੀ ਹੈ, ਉਸ ਵੱਲ ਤੁਰਿਆ ਜਾ ਸਕੇ। ਇਹਦੇ ਵਿੱਚ ਤਾਂ ਇੱਕੋ ਹੀ ਹੱਲ ਹੈ ਆਪਣਾ ਅਫਸ਼ਾ, ਉਹ ਹੈ ਕਿ ਜੇਕਰ ਇਹਨੂੰ ਦੇਖੋ, ਸਾਡਾ ਜਿਹੜਾ ਅੰਦਰੂਨੀ ਮਸਲਾ ਉਹ ਤਾਂ ਹਲੇ ਲੰਮਾ ਚੱਲੇਗਾ, ਦੇਖਦੇ ਹਾਂ ਕਿ ਕਿੰਨਾ ਚੱਲੇਗਾ। ਉਹ ਹਿੰਦੂ ਮੁਸਲਮਾਨ ਵਾਲਾ ਉਹਨੂੰ ਤਾਂ ਹੌਲੀ ਹੌਲੀ ਜਦੋਂ ਸਰਕਾਰਾਂ ਨੰਗੀਆਂ ਹੋਣਗੀਆਂ ਉਹ ਫੇਲ ਹੋਊ, ਲੋਕ ਸਿਆਣੇ ਹੋਣਗੇ। ਲੇਕਿਨ ਜਿਹੜਾ ਜੇ ਆਪਾਂ ਦੋ ਮੁਲਕਾਂ ਦੇ ਸਬੰਧਾਂ ਦੀ ਗੱਲ ਕਰਨੀ ਹੈ, ਉਹਦੇ ਵਿੱਚ ਇੱਕ ਸਿੰਪਲ ਜੀ ਗੱਲ ਆ ਕਿ ਉਹ ਲੋਕਾਂ ਨੂੰ ਅੱਗੇ ਆਉਣਾ ਬਣਦਾ ਜਿਹੜੇ ਪੀਸ ਚਾਹੁੰਦੇ ਨੇ, ਅਮਨ ਚਾਹੁੰਦੇ ਨੇ। ਉਹਨਾਂ ਨੂੰ ਸਗੋਂ ਮੈਂ ਤਾਂ ਕਹਿੰਦਾ ਵੀ ਜਦੋਂ ਇਹੋ ਜਿਹੀ ਹਾਲਤ ਹੋਏ, ਕੋਈ ਪੀਸ ਵਾਲਾ ਵੀ ਡਰ ਕੇ ਮਾਰਿਆ ਕਿਦਾ ਮੋਮਬੱਤੀਆਂ ਲੈ ਕੇ ਆ ਜਾਂਦਾ, ਐਤਕੀ ਕੋਈ ਆਇਆ ਹੀ ਨਹੀਂ ਅੱਗੇ। ਸਭ ਤੋਂ ਜ਼ਿਆਦਾ ਨਾ ਉਹਨਾਂ ਦੀ ਲੋੜ ਉਦੋਂ ਹੁੰਦੀ ਆ ਜਿਹੜੇ ਸਾਡੇ ਕਾਨਫਰੰਸਾਂ ਕਰਨ ਆਉਂਦੇ ਨੇ, ਇਹ ਤੁਹਾਡੇ ਲਾਹੌਰ ਆਉਂਦੇ ਨੇ, ਆ ਕੇ ਸ਼ੁਗਲ ਮੇਲੇ ਕਰਕੇ ਚਲੇ ਜਾਂਦੇ ਨੇ, ਇਹ ਨਹੀਂ ਕੋਈ ਬੋਲਿਆ ਹੈਗਾ। ਸਭ ਤੋਂ ਜ਼ਿਆਦਾ ਕਿਉਂਕਿ ਉਹਦਾ ਕਾਰਨ ਹੈ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੀ ਅਮਨ ਦੀ ਇੱਕ ਗੱਲ ਮੈਂ ਇੱਥੇ ਐਡ ਕਰਾਂ, ਜਿਹੜੇ ਫੈਜ਼ ਮੇਲਿਆਂ ਤੇ ਆਉਂਦੇ ਨੇ ਉਹਨਾਂ ਵਿੱਚ ਇੱਕ ਜਾਵੇਦ ਅਖਤਰ ਸਾਹਿਬ ਨੇ, ਉਹਨਾਂ ਨੇ ਕਾਫੀ ਮਯੂਸ ਕੀਤਾ ਹੈ, ਉਹਨਾਂ ਦੇ ਕਦਮਾਂ 'ਚ ਬਹਿ ਕੇ ਇੱਥੇ ਤੇ ਫੈਜ਼ ਦੇ ਘਰਾਣੇ ਹੰਝੂ ਰੋੜਦੇ ਸੀ। ਪਰ ਤੁਸੀਂ ਸਿਰਫ ਜ਼ੁਬੈਰ ਆਪਣਾ ਉਹਨਾਂ ਦਾ ਤੱਕ ਰੱਖਿਆ ਤੇ ਮੈਂ ਲੇਕਿਨ ਸਾਰਿਆਂ ਨੂੰ ਲੈ ਰਿਹਾ ਇੱਕੋ ਲਪੇਟੇ ਦੇ ਵਿੱਚ। ਜਿਹੜੇ ਉਹ ਆਇਆ ਉਹਨਾਂ 'ਚ ਕੁਝ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਕੁਝ ਕੁਸਕੇ ਤੱਕ ਨਹੀਂ, ਕਈ ਆਪੋ ਆਪਣੀ ਹਕੂਮਤਾਂ ਦੇ ਬਿਆਨੀਏ ਕਰਦੇ ਰਹੇ। ਅੱਛਾ ਹੋਰ ਦੇਖੋ, ਕਈ ਪਾਕਿਸਤਾਨ ਜਿੰਦਾਬਾਦ ਕਰਨ ਲੱਗੇ ਤੁਹਾਡੇ ਵਾਲੇ, ਤੇ ਸਾਡੇ ਵਾਲੇ ਇੰਡੀਆ ਜਿੰਦਾਬਾਦ ਕਰਨ ਲੱਗੇ। ਭਾਈ ਇਸ ਸਮੇਂ ਤੁਸੀਂ ਇੰਡੀਆ ਪਾਕਿਸਤਾਨ ਦੋਸਤੀ ਜਿੰਦਾਬਾਦ ਕਰਨੀ ਹੈ, ਉਹ ਨਹੀਂ, ਕਿਉਂਕਿ ਇਹ ਕੰਮ ਬੜਾ ਔਖਾ। ਇਹ ਕੰਮ ਇੰਨਾ ਔਖਾ ਕਿ ਜਿਵੇਂ ਉਹ ਹੈ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਸੀ ਕਿ ਜੋ ਤੋਂ ਪ੍ਰੇਮ ਖਿਰਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ। ਉਹਦੇ ਲਈ ਕੀਮਤ ਚੁਕਾਉਣੀ ਪੈਂਦੀ ਆ ਅਮਨ ਦੀ ਗੱਲ ਕਰਨ ਲਈ। ਉਹ ਕੀਮਤ ਚੁਕਾਉਣ ਲਈ ਸਾਡਾ ਇੰਟੈਲੈਕਚੁਅਲ ਤਿਆਰ ਨਹੀਂ ਹੈਗਾ। ਮੀਆਂ ਵਾਰਿਸ ਸ਼ਾਹ ਕਹਿੰਦਾ ਕਿ ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਇਹ ਨਹੀਂ ਸੁਖੱਲੀਆਂ ਯਾਰੀਆਂ ਵੇ। ਸੋ ਉਹ ਭਾਈ ਆਪਣੇ ਆਪ ਨੂੰ ਦਾਅ ਦਿਲਾਉਣਾ ਪੈਂਦਾ। ਤੇ ਸਾਡਾ ਇੰਟੈਲੈਕਚੁਅਲ ਵਰਗ ਸ਼ਾਂਤੀ ਵੇਲੇ ਤਾਂ ਅਮਨ ਕਰੇਗਾ, ਲੇਕਿਨ ਜਦੋਂ ਇਸ ਤਰ੍ਹਾਂ ਦੀ ਅੱਗ ਲੱਗੀ ਹੁੰਦੀ ਆ ਉਦੋਂ ਉਹ ਵੀ ਡਰ ਪੈਂਦਾ, ਉਦੋਂ ਉਹਨਾਂ ਨੂੰ ਵੀ ਨੈਸ਼ਨਲਿਜ਼ਮ ਜ਼ਿਆਦਾ ਹੋਣ ਲੱਗ ਜਾਂਦਾ ਦੋਵੇਂ ਪਾਸੇ। ਬਿਲਕੁਲ। ਇਹਦੇ ਵਿੱਚ ਇੱਕ ਮਾਮਲਾ ਹੁਣ ਇਹ ਵੀ ਹੈ ਨਾ ਕਿ ਉਹ ਸੋਸ਼ਲ ਮੀਡੀਆ ਦੇ ਵਿਊਜ਼, ਫਿਰ ਰੈਵਨਿਊ ਵੀ ਬਣਨਾ ਹੁੰਦਾ ਹੈ। ਤੁਹਾਡੇ ਪਾਸੇ ਹਾਨੀਆਂ ਨੂੰ ਹੀ ਬੰਦ ਕਰ ਦਿੱਤਾ। ਹਾਨੀਆਂ ਨੂੰ ਵੇਖਦਿਆਂ ਆਇਆ ਬਹੁਤ ਸਾਰੇ ਸਾਡੇ ਫਨਕਾਰਾਂ ਨੇ ਜਿਹੜਾ ਉਹ ਦਰਮਿਆਨ ਦੀ ਲਾਈਨ ਲੈ ਲਈ ਜਾਂ ਥੋੜੇ ਨੀਵੇਂ ਹੋ ਗਏ। ਰੈਵਨਿਊ ਤੇ ਚਾਹੀਦਾ ਹੈ, ਹਰ ਕਿਸੇ ਨੂੰ ਚਾਹੀਦਾ ਹੈ, ਆਡੀਅנס ਚਾਹੀਦੀ ਹੈ, ਤੇ ਅਮਨ ਦੀ ਗੱਲ ਬਹਰਹਾਲ ਹੁੰਦੀ ਰਹਿਣੀ ਚਾਹੀਦੀ ਹੈ। ਗੱਲ ਹੈ ਕਿ ਮੈਨੂੰ ਇਹੋ ਜਿਹੇ ਮੌਸਮ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਚਾਹੀਦਾ ਤੁਹਾਡੇ ਵਾਲੇ ਪਾਸੇ ਜੋ ਪਾਕਿਸਤਾਨ ਜ਼ਿੰਦਾਬਾਦ ਦੇ ਨਾਲ ਨਾਲ ਇੰਡੀਆ ਜ਼ਿੰਦਾਬਾਦ ਵੀ ਕਹੇ, ਤੇ ਸਾਡੇ ਵਾਲੇ ਪਾਸੇ ਇੰਡੀਆ ਜ਼ਿੰਦਾਬਾਦ ਦੇ ਨਾਲ ਨਾਲ ਪਾਕਿਸਤਾਨ ਜ਼ਿੰਦਾਬਾਦ ਵੀ ਕਹੇ, ਤੇ ਪਾਕਿਸਤਾਨ ਇੰਡੀਆ ਦੋਸਤੀ ਜ਼ਿੰਦਾਬਾਦ ਕਹੇ। ਉਮੀਦ ਕਰਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਕੋਈ ਬਿਹਤਰੀ ਦੀ ਸੂਰਤ ਨਿਕਲੇ, ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇ ਔਰ ਰਸਤੇ ਖੁੱਲਦੇ ਰਹਿਣ। ਬਹੁਤ ਸ਼ੁਕਰੀਆ ਸ਼ਿਵਿੰਦਰ ਸਾਡੇ ਨਾਲ ਗੱਲ ਕਰਨ ਵਾਸਤੇ। ਵੇਖਦੇ ਹਾਂ ਕਿ ਕੀ ਸੂਰਤ ਬਣਦੀ ਹੈ ਅੱਗੇ। ਬਿਲਕੁਲ ਜੀ, ਸ਼ੁਕਰੀਆ। ਅਸੀਂ ਇਹ ਕਾਮਨਾ ਕਰਦੇ ਹਾਂ ਕਿ ਦੋਵਾਂ ਮੁਲਕਾਂ ਦੇ ਜਿਹੜੇ ਸੂਰਤ ਹਾਲ ਵਧੀਆ ਹੋਣ, ਤੇ ਸਾਡਾ ਸਾਰਾ ਕੁਝ ਹੀ ਸਾਂਝਾ ਵਾ, ਤੇ ਜਦੋਂ ਇੰਨਾ ਸਾਂਝਾ ਹੁੰਦਾ ਤਾਂ ਛੇਤੀ ਉਹਨੂੰ ਜਿਹੜਾ ਹੈਗਾ ਉਹ ਸਾਂਝਾ ਤੋੜੀਆਂ ਨਹੀਂ ਜਾਂਦੀਆਂ। ਬਹੁਤ ਸ਼ੁਕਰੀਆ।